कौमी जांच एजेंसी ਦੇ ਵੱਲੋਂ ਲਗਾਤਾਰ ਕਿਸਾਨ ਅੰਦੋਲਨ ਦੇ ਹਮਾਇਤੀਆਂ ਨੂੰ ਯੂਆਪਾ ਦੇ ਨੋਟਿਸ ਭੇਜੇ ਜਾ ਰਹੇ ਨੇ। ਬੀਤੇ ਦਿਨੀ ਦੀਪ ਸਿੱਧੂ ਨੂੰ ਵੀ ਯੂਆਪਾ ਦਾ ਨੋਟਿਸ ਭੇਜਿਆ ਗਿਆ, ਜਿਸ ਤੋਂ ਬਾਅਦ ਦੀਪ ਸਿੱਧੂ ਨੇ ਕਿਹਾ ਕਿ ਸਾਨੂੰ ਇਹਨਾਂ ਨੋਟਿਸਾਂ ਦੀ ਕੋਈ ਪਰਵਾਹ ਨਹੀਂ, ਅਸੀਂ ਸਰਕਾਰਾਂ ਤੋਂ ਡਰਨ ਵਾਲੇ ਨਹੀਂ ਆ। ਇਸ ਦੇ ਨਾਲ ਹੀ ਉਹਨਾਂ ਨੇ ਕਿਸਾਨ ਆਗੂਆਂ ਨੂੰ ਵੀ ਸਲਾਹ ਦੇ ਦਿੱਤੀ ਹੈ ਕਿ ਸਾਨੂੰ ਕੋਈ ਨਾ ਕੋਈ ਨਵੀਂ ਰਣਨੀਤੀ ਅਪਣਾਉਣੀ ਚਾਹੀਦੀ ਹੈ, ਨਹੀਂ ਤਾਂ ਸਰਕਾਰ ਸਾਨੂੰ ਇਦਾਂ ਹੀ ਦੱਬਣ ਦੀਆਂ ਕੋਸ਼ਿਸ਼ਾਂ ਕਰਦੀ ਰਹੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿੱਚ ਸਾਡੀ ਜਿਹੜੀ ਸੰਗਤ ਆ ਉਹ ਕਈ ਵਾਰੀ ਉਹਨਾਂ ਦਾ ਜਿਵੇਂ ਹੁਕਮ ਹੁੰਦਾ ਫਿਰ ਦੁਬਾਰਾ ਸ਼ੁਰੂ ਕਰਦੇ ਆ। ਅੱਜ ਆਪਾਂ ਗੱਲ ਕਰਦੇ ਆ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਜਿਹੜੇ ਸਾਨੂੰ ਸੰਮਣ ਭੇਜੇ ਆ, ਤੇ ਸਾਡੇ ਕਈ ਬੰਦਿਆਂ ਨੂੰ ਸੰਮਣ ਭੇਜੇ ਆ। ਕਈ ਤਾਂ ਜਿਹੜੇ ਲੰਗਰ ਲਾਈ ਬੈਠੇ ਆ ਉਹਨਾਂ ਨੂੰ ਵੀ ਉਹ ਸੰਮਣ ਭੇਜਤੇ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਇਸ ਦੇਸ਼ ਦੀ ਟੌਪ ਇਨਵੈਸਟੀਗੇਸ਼ਨ ਏਜੰਸੀ ਆ। ਹੁਣ ਇਸ ਦੇਸ਼ ਦੀ ਟੌਪ ਇਨਵੈਸਟੀਗੇਸ਼ਨ ਏਜੰਸੀ ਜਦੋਂ ਸਰਕਾਰ ਦੇ ਮਨਸੂਬਿਆਂ ਤੇ ਉਹਨਾਂ ਦੀਆਂ ਸਾਜ਼ਿਸ਼ਾਂ 'ਚ ਉਹਨਾਂ ਦੇ ਇਸ਼ਾਰਿਆਂ ਤੇ ਨੱਚਣ ਲੱਗ ਜੇ, ਫਿਰ ਇਸ ਸਿਸਟਮ ਤੋਂ ਤੁਸੀਂ ਕੀ ਆਸ ਰੱਖ ਸਕਦੇ ਹੋ? ਹੁਣ ਜਿਹੜੀ ਅੱਜ ਦੀ ਆਪਣੀ ਗੱਲਬਾਤ ਆ ਉਹ ਸਿਸਟਮ ਦੇ ਅਗੇਂਸਟ ਕਰ ਰਹੇ ਆ। ਜਿਹੜੀ ਲੜਾਈ ਅਸੀਂ ਲੜ ਰਹੇ ਆ ਨਾ, ਪਹਿਲਾਂ ਤਾਂ ਇਸ ਲੜਾਈ ਦਾ ਮੂਲ ਖਾਂਸਾ ਸਮਝਦੇ ਆ। ਬਹੁਤ ਜ਼ਰੂਰੀ ਆ ਜਿਸ ਮੂਲ ਖਾਂਸੇ ਨੂੰ ਸਮਝਣਾ, ਕਿਉਂਕਿ ਇਹ ਲੜਾਈ ਲੜ ਰਹੇ ਆ ਆਪਦੇ ਹੱਕਾਂ ਦੀ ਲੜਾਈ ਅਸੀਂ 1947 ਵੇਲੇ ਦੀ ਲੜਦੇ ਆਉਂਦੇ ਆ। ਜਦੋਂ ਹੱਕਾਂ ਦੀ ਲੜਾਈ ਲੜੀ ਜਾਂਦੀ ਹੈ, ਜਦੋਂ ਉਹਨਾਂ ਹੱਕਾਂ ਖਾਤਰ ਅਸੀਂ ਆਵਾਜ਼ ਬੁਲੰਦ ਕਰਦੇ ਆ, ਤਿਉਂ ਇਹ ਇਹੋ ਜਿਹੇ ਪੈਂਤੜੇ ਅਪਣਾਉਂਦੇ ਆ ਵੀ ਸੰਘਰਸ਼ੀ ਬੰਦਿਆਂ ਤੇ ਇਹਨਾਂ ਨੂੰ ਪਹਿਲਾਂ ਕਿਸੇ ਹੋਰ ਸਾਜ਼ਿਸ਼ਾਂ ਅਧੀਨ ਡਰਾਉਣਗੇ, ਤੌਹਮਤਾਂ ਲਾਉਣਗੇ, ਤੌਹਮਤਾਂ ਤੋਂ ਬਾਅਦ ਫਿਰ ਤੁਹਾਡੇ ਤੇ ਕੇਸ ਪਾਉਣਗੇ, ਫਿਰ ਪਰਚੇ ਪਾਉਣਗੇ, ਫਿਰ ਤੁਹਾਡੇ ਪਰਿਵਾਰਾਂ ਤੇ ਪਰਚੇ ਪਾਉਣਗੇ, ਤੇ ਫਿਰ ਤੁਹਾਨੂੰ ਕਹਿਣਗੇ ਵੀ ਟਿਕ ਕੇ ਬਹਿ ਜਾਓ, ਨਹੀਂ ਅਸੀਂ ਖਹਿੜਾ ਨਹੀਂ ਛੱਡਦੇ। ਸੋ ਮੈਂ ਇੱਕ ਗੱਲ ਜੇ ਆਪਦੇ ਲਈ ਤਾਂ ਕਲੀਅਰ ਕਰਦਾ ਵੀ ਮੇਰੇ ਪਰਿਵਾਰ ਨੇ ਤਾਂ ਬੜਾ ਕੁਝ ਝੱਲਿਆ, ਸਾਨੂੰ ਤਾਂ ਗੁੜਤੀਆਂ ਹੀ ਮਿਲੀਆਂ ਹੋਈਆਂ। ਇਹ ਹੁਣ ਸਾਨੂੰ ਕਿੱਥੋਂ ਡਰਾ ਲਓਗੇ ਤੁਸੀਂ? ਪਰ ਗੱਲ ਸਿਸਟਮ ਦੀ ਜੇ ਕਰ ਰਹੇ ਆ ਤਾਂ ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਆ। ਜਦੋਂ ਤੁਸੀਂ ਆਪਦੇ ਹੱਕ ਮੰਗੋਗੇ, 47 ਵੇਲੇ ਵੀ ਸਾਨੂੰ ਵਾਅਦੇ ਕੀਤੇ ਗਏ ਸੀ ਵੀ ਪੰਜਾਬੀਆਂ ਦੀਆਂ ਕੁਰਬਾਨੀਆਂ ਨੂੰ ਦੇਖ ਕੇ ਇਹਨਾਂ ਨੂੰ ਇੱਕ ਸਪੈਸ਼ਲ ਸਟੇਟਸ ਦਿੱਤਾ ਜਾਊਗਾ। ਇਹ ਬੰਦੇ ਆ ਜਿਹੜੇ ਇਹ ਸੋਵਰਨ ਬੰਦੇ ਆ, ਇੱਕ ਸਪੈਸ਼ਲ ਸਟੇਟਸ ਦਿੱਤਾ ਜਾਊਗਾ। ਪੰਡਿਤ ਜਵਾਹਰ ਲਾਲ ਨਹਿਰੂ ਦੀਆਂ ਆਰਕਾਈਵਸ ਦੇਖ ਲਓ, ਉਹਦੇ 'ਚ ਇਹ ਸਟੇਟਮੈਂਟਸ ਪਈਆਂ, ਪਾਰਲੀਮੈਂਟਸ ਦੀਆਂ ਡਿਬੇਟਸ 'ਚ ਇਹ ਸਟੇਟਮੈਂਟਸ ਪਈਆਂ, ਪਰ ਮੁੱਕਰ ਗਏ। ਸੋ ਉਦੋਂ ਸਾਨੂੰ ਜਰਾਇਮ ਪੇਸ਼ਾ ਡਿਕਲੇਅਰ ਕਰਕੇ ਅਸੀਂ ਅੱਜ ਤੱਕ ਜਰਾਇਮ ਪੇਸ਼ਾ ਹੀ ਬਣੇ ਬੈਠੇ ਆ ਇਹਨਾਂ ਲਈ। ਔਰ ਇਸ ਸਾਰੇ ਖਾਂਸੇ ਨੂੰ ਸਮਝਦੇ ਆ। ਹੁਣ ਆਪਾਂ ਹੱਕਾਂ ਦੀ ਜਦੋਂ ਆਵਾਜ਼ ਬੁਲੰਦ ਹੁੰਦੀ ਆ, ਉਸ ਆਵਾਜ਼ ਨੂੰ ਦਬਾ ਦਿੱਤਾ ਜਾਂਦਾ, ਉਹਨੂੰ ਕਿਸੇ ਵੀ ਢੰਗ 'ਚ ਕੁਚਲ ਦਿੱਤਾ ਜਾਂਦਾ। ਮੈਂ ਅੱਜ ਆਪਦੇ ਸੋਸ਼ਲ ਮੀਡੀਆ ਤੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਤੋਂ ਜਿਹੜਾ ਮੈਨੂੰ ਸੰਮਣ ਕੀਤਾ ਗਿਆ, ਕੱਲ ਹੋਰ ਸਾਡੀ ਸੰਗਤ ਨੂੰ, ਸਾਡੇ ਲੋਕਾਂ ਨੂੰ ਸੰਮਣ ਕੀਤਾ ਗਿਆ ਸੀ, ਉਹ ਸ਼ੇਅਰ ਕੀਤਾ। ਉਹ ਇਸ ਕਰਕੇ ਸ਼ੇਅਰ ਨਹੀਂ ਕੀਤਾ ਵੀ ਆਪਾਂ ਉਹਦਾ ਕੋਈ ਲਾਹਾ ਲੈ ਲਈਏ ਜਾਂ ਆਪਾਂ ਦਿਖਾਈਏ ਵੀ ਵੇਖੋ ਕੀ ਕਰ ਰਹੇ ਆ। ਉਹ ਸ਼ੇਅਰ ਇਸ ਕਰਕੇ ਕੀਤਾ ਵੀ ਪਹਿਲੀ ਗੱਲ ਤਾਂ ਅਸੀਂ ਚੜ੍ਹਦੀ ਕਲਾ 'ਚ, ਅਸੀਂ ਕੋਈ ਇਹਦੇ ਤੋਂ ਇਹ ਨਹੀਂ ਹੋਏ ਵੀ ਅਸੀਂ ਨਰਵਸ ਹੋ ਗਏ, ਘਬਰਾ ਗਏ। ਗੱਲ ਉਹ ਨਹੀਂ ਆ। ਪੁਆਇੰਟ ਨਾ ਮਿਸ ਕਰੋ। ਸਾਡੇ ਬੰਦਿਆਂ ਨੂੰ ਵੀ ਮੈਂ ਕਹਿਣਾ, ਔਰ ਸਪੈਸ਼ਲੀ ਜਿਹੜੇ ਵਕੀਲ ਬੰਦੇ ਆ ਨਾ ਸਾਡੇ, ਉਹਨਾਂ ਨੂੰ ਵੀ ਮੈਂ ਕਹਿਣਾ, ਬੜੇ ਲੀਗਲ ਮਾਈਂਡਸ ਦਾ ਮੈਨੂੰ ਫੋਨ ਵੀ ਆਏ ਵੀ ਕੋਈ ਗੱਲ ਨਹੀਂ, ਇਹ ਤਾਂ ਇਨਵੈਸਟੀਗੇਸ਼ਨ ਆ। ਦੇਖੋ, ਇਨਵੈਸਟੀਗੇਸ਼ਨ ਆ, ਕ੍ਰਿਮੀਨਲ ਕਨਸਪੀਰੇਸੀ 'ਚ ਤੁਹਾਨੂੰ ਤੁਹਾਡੀ ਉਸ 'ਚ ਇਨਵੈਸਟੀਗੇਟ ਕਰ ਰਹੇ ਆ, ਤੁਹਾਨੂੰ ਦੇਸ਼ ਧਰੋਹ 'ਚ ਇਨਵੈਸਟੀਗੇਟ ਕਰ ਰਹੇ ਆ, ਤੁਹਾਨੂੰ UAPA 'ਚ ਇਨਵੈਸਟੀਗੇਟ ਕਰ ਰਹੇ ਆ। ਜੇ ਇਨਵੈਸਟੀਗੇਟ ਕਰ ਰਹੇ ਆ ਤਾਂ ਕੱਲ ਨੂੰ 2 ਮਿੰਟ 'ਚੋਂ ਪਰਚਾ ਵੀ ਪਾ ਸਕਦੇ ਆ। ਇਹਦੇ 'ਚ ਤਾਂ 120B ਕ੍ਰਿਮੀਨਲ ਕਨਸਪੀਰੇਸੀ ਆ, ਇਹਦੇ 'ਚ ਤਾਂ ਸਭ ਕੁਝ ਓਪਨ ਆ। ਸੋ ਪਰਚੇ ਵੀ ਪਾ ਦੇਣਗੇ। ਗੱਲ ਫੇਰ ਵੀ ਇਹਨਾਂ ਪਰਚਿਆਂ ਦੀ ਜਾਂ ਇਹਨਾਂ ਸਾਹਮਣਾਂ ਦੀ ਗੱਲ ਨਹੀਂ ਆ। ਗੱਲ ਇਹ ਆ, ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ, ਜਿਹੜੇ ਸਿਸਟਮ ਨਾਲ ਲੜ ਰਹੇ ਆ ਨਾ, ਉਸ ਸਿਸਟਮ 'ਚ ਸੁਪਰੀਮ ਕੋਰਟ ਨੇ 2 ਦਿਨ ਪਹਿਲਾਂ ਫੈਸਲਾ ਦਿੱਤਾ। ਕਿਸੇ ਨੇ ਮੰਨਿਆ? ਕਿਸੇ ਕਿਸਾਨ ਆਗੂ ਨੇ ਜਾਂ ਕਿਸੇ ਬੰਦੇ ਨੇ, ਕਿਸੇ ਨੇ ਇੱਥੇ ਮੰਨਿਆ ਹੋਵੇ? ਕਿਉਂ ਨਹੀਂ ਮੰਨਿਆ? ਕਿਉਂਕਿ ਉਸ ਸਿਸਟਮ 'ਚ ਵਿਸ਼ਵਾਸ ਹੀ ਕਿਸੇ ਨੂੰ ਨਹੀਂ ਰਿਹਾ। ਉਹ ਕ੍ਰੈਡੀਬਿਲਿਟੀ ਸਿਸਟਮ ਖੋ ਚੁੱਕਿਆ, ਸੁਪਰੀਮ ਕੋਰਟ ਤੱਕ ਖੋ ਚੁੱਕਿਆ, ਇਲੈਕਸ਼ਨ ਕਮਿਸ਼ਨ ਤੱਕ ਖੋ ਚੁੱਕਿਆ, ਐਨਫੋਰਸਮੈਂਟ ਡਾਇਰੈਕਟੋਰੇਟ ਤੱਕ ਖੋ ਚੁੱਕਿਆ, ਜਿਹੜਾ ED ਆ, CBI ਖੋ ਚੁੱਕੀ ਆ, ਤੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੇ ਹੁਣ ਸੰਮਣ ਆਏ ਆ। ਇਹ ਤਾਂ ਸਾਡੇ ਸਾਹਮਣੇ ਆ। ਔਰ ਇਹਨਾਂ ਸੰਮਣਾਂ ਨੂੰ ਤੁਸੀਂ ਆਈਸੋਲੇਸ਼ਨ 'ਚ ਨਾ ਦੇਖੋ। ਸਿਰਫ ਇਹ ਸੰਮਣ ਅੱਜ ਵੀ ਇਹ ਸੰਮਣ ਭੇਜਤੇ ਇਹ ਨਾ ਦੇਖੋ, ਇਹ ਸੰਮਣ ਭੇਜੇ ਕਿਉਂ ਗਏ ਆ, ਕਿਸ ਸੰਦਰਭ 'ਚ, ਕਿਸ ਕੰਟੈਕਸਟ 'ਚ ਭੇਜੇ ਗਏ ਆ, ਇਹਨੂੰ ਸਮਝਣ ਦੀ ਕੋਸ਼ਿਸ਼ ਕਰੋ।
ਜਿਹੜੀਆਂ ਆਵਾਜ਼ਾਂ ਕਿਸੇ ਵੀ ਢੰਗ ਨਾਲ ਕਿਸਾਨੀ ਸੰਘਰਸ਼ 'ਚ ਆਪਦੀ ਸ਼ਮੂਲੀਅਤ ਦੇ ਰਹੀਆਂ, ਜਿਹੜੀਆਂ ਸ਼ਖਸੀਅਤਾਂ ਆਪਦੀ ਸ਼ਮੂਲੀਅਤ ਦੇ ਰਹੀਆਂ, ਇੱਥੇ ਆਵਾਜ਼ ਬੁਲੰਦ ਕਰ ਰਹੀਆਂ ਆਪਦੇ ਹੱਕ ਲੈਣ ਖਾਤਰ, ਉਹਨਾਂ ਸਾਰਿਆਂ ਨੂੰ ਇਸ ਢੰਗ ਨਾਲ ਦਬਾਅ ਉਹਨਾਂ ਤੇ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਲੋਕਾਂ ਨੂੰ ਮਾੜਾ ਮੋਟਾ ਭੈ ਭੀਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਪਰ ਮੈਂ ਇੱਕ ਗੱਲ ਦੱਸਦਾ, ਅਸੀਂ ਸਾਰੇ ਚੜ੍ਹਦੀ ਕਲਾ 'ਚ, ਇਹ ਪੈਂਤੜੇ ਤੁਹਾਡੇ ਐਕਤੀ ਕੰਮ ਨਹੀਂ ਆਉਣੇ। ਔਰ ਸਾਡੇ ਵਾਲੇ ਬੰਦਿਆਂ ਨੂੰ ਇਹ ਦੱਸਾਂ ਜਿਹੜੇ ਕਹਿ ਰਹੇ ਆ ਨਹੀਂ ਇਹ ਤਾਂ ਸਿਰਫ ਇਨਵੈਸਟੀਗੇਸ਼ਨ ਆ, ਇਹਦੇ 'ਚ ਤਾਂ ਅਰੈਸਟ ਨਹੀਂ ਕਰਨਗੇ। ਗੱਲ ਜਦੋਂ ਜਿਹੜੇ ਸਿਸਟਮ ਦੇ ਵਿਰੁੱਧ ਲੜ ਰਹੇ ਆ ਉਹ ਚਾਹੇ ਇਨਵੈਸਟੀਗੇਟ ਕਰ ਲੈਣ ਚਾਹੇ ਅਰੈਸਟ ਕਰ ਲੈਣ, ਕਹਿੰਦੇ ਫਿਰ ਕੋਈ ਨਹੀਂ, ਜੇ ਤੁਸੀਂ ਕੁਝ ਗਲਤ ਨਹੀਂ ਕੀਤਾ ਤਾਂ ਕੁਝ ਨਹੀਂ ਕਰ ਸਕਦੇ। ਗਲਤ ਕੀ ਕਰਤਾ ਅਸੀਂ ਤਾਂ ਆਪਦੇ ਹੱਕ ਹੀ ਮੰਗੀ ਜਾਂਦੇ ਆ ਨਾ, ਤੇ ਆਵਾਜ਼ ਹੀ ਬੁਲੰਦ ਕੀਤੀ ਆ, ਇਹਦੇ 'ਚ ਕੀ ਗਲਤ ਕਰਤਾ। ਤੇ ਜਿੱਥੇ ਮੈਂ ਤਾਂ ਇੱਕ ਵਾਰੀ ਪਹਿਲਾਂ ਵੀ ਇਹ ਗੱਲ ਕਹਿਤੀ ਤੇ ਅੱਜ ਵੀ ਕਹਿਣਾ ਵੀ 1 ਵੀ ਰੁਪਈਆ ਆਪਦੇ ਅਕਾਊਂਟ 'ਚ ਜਾਂ ਕੈਸ਼ ਜਾਂ ਮੇਰੇ ਪਰਿਵਾਰ ਨੇ ਕਿਸੇ ਵੀ ਢੰਗ 'ਚ ਕਿਸੇ ਤੋਂ ਲਿਆ ਹੋਵੇ ਤਾਂ ਮੈਂ ਖੁੱਲਾ ਚੈਲੰਜ ਕਰਦਾ। ਔਰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੂੰ ਵੀ ਮੈਂ ਚੈਲੰਜ ਕਰਦਾ। ਆਈ ਲਿਟਰਲੀ ਚੈਲੰਜ ਐਵਰੀਵਨ ਇਫ ਐਨੀਬਡੀ ਕੈਨ ਪ੍ਰੂਵ ਇਟ। ਪਰ ਇੱਕ ਹੋਰ ਮੈਂ ਗੱਲ ਦੱਸਦਾ, ਇੱਥੇ ਸਾਡੀ ਸੰਗਤ ਨੇ ਲੰਗਰ ਲਾਏ ਹੋਏ ਆ, ਤੇ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਜਾਂ ਉਹਨਾਂ ਦੇ ਦੋਸਤ ਮਿੱਤਰ ਬਾਹਰਲੀਆਂ ਜਿਹੜੀਆਂ ਕੰਟਰੀਆਂ 'ਚ ਵੀ ਬੈਠੇ ਆ, ਪੰਜਾਬ ਵੀ ਬੈਠੇ ਆ, ਹਰਿਆਣੇ 'ਚ ਵੀ ਬੈਠੇ ਆ, ਮਹਾਰਾਸ਼ਟਰ 'ਚ ਵੀ ਬੈਠੇ ਆ, ਤੇ ਸਾਡੇ ਤਾਂ ਸਿਧਾਂਤ ਹੀ ਦਸਵੰਧ ਕੱਢਣ ਦਾ। ਉਹ ਆਪਦਾ ਦਸਵੰਧ ਕੱਢ ਕੇ ਲੰਗਰ ਵਾਸਤੇ ਪੈਸੇ ਭੇਜਦੇ ਆ, ਇਹ ਬਾਹਰ ਦੀ ਫੰਡਿੰਗ ਹੋਗੀ। ਤੁਸੀਂ ਦੇਖੋ ਪਰਿਭਾਸ਼ਿਤ ਕਿਵੇਂ ਕਰਦੇ ਆ ਫੰਡਿੰਗ ਨੂੰ, ਵੀ ਇਹ ਤਾਂ ਫੋਰਨ ਫੰਡਿੰਗ ਆ ਰਹੀ ਆ। ਫੋਰਨ ਫੰਡਿੰਗ ਕਾਹਦੇ ਵਾਸਤੇ ਆ ਰਹੀ ਆ? ਅਸੀਂ ਕੀ ਕਰੀ ਜਾਂਦੇ ਆ? ਅੱਜ ਤੱਕ ਅਸੀਂ ਜਿਹੜੇ ਜਾਬਤੇ 'ਚ ਬੈਠੇ ਆ, ਉਹ ਜਾਬਤੇ 'ਚ ਅਸੀਂ ਕਿਸੇ ਨੂੰ ਕਿਸੇ ਤਰ੍ਹਾਂ ਦਾ ਵੀ ਨੁਕਸਾਨ ਪਹੁੰਚਾਇਆ ਹੋਵੇ, ਕੋਈ ਜਾਨ ਦਾ ਕੋਈ ਮਾਲ ਦਾ ਕਿਸੇ ਢੰਗ ਦਾ ਵੀ ਨੁਕਸਾਨ ਪਹੁੰਚਾਇਆ ਹੋਵੇ ਤਾਂ ਤੁਸੀਂ ਸਾਨੂੰ ਨੀਵੇਂ ਥਾਂ ਭਾਲਿਓ। ਹੁਣ ਜਿਹੜੇ ਸਾਡੇ ਬੰਦੇ ਆ, ਖਾਸ ਤੌਰ ਤੇ ਜਿਹੜੇ ਸਾਡੇ ਜਿਹੜੇ ਵਕੀਲ ਸਾਹਿਬਾਨ ਆ, ਉਹ ਕਹਿ ਰਹੇ ਆ ਜੇ ਤੁਸੀਂ ਕੁਝ ਗਲਤ ਨਹੀਂ ਕੀਤਾ ਕੋਈ ਗੱਲ ਨਹੀਂ। ਕਿਹੜੀ ਨਿਆਂ ਪ੍ਰਣਾਲੀ ਤੋਂ ਅਸੀਂ ਨਿਆਂ ਦੀ ਆਸ ਕਰਦੇ ਆ? ਜਿਹੜੀ ਨਿਆਂ ਪ੍ਰਣਾਲੀ ਸੁਪਰੀਮ ਕੋਰਟ ਚਲਾਉਂਦਾ। ਸੁਪਰੀਮ ਕੋਰਟ ਨੇ ਤਾਂ ਸਾਨੂੰ ਪ੍ਰਤੱਖ ਕਰਤਾ ਵੀ ਉਹ ਕਿਵੇਂ ਸਰਕਾਰ ਦੇ ਹੱਕ 'ਚ ਭੁਗਤਦੇ ਆ। ਉਹ ਚਾਹੇ ਕਸ਼ਮੀਰ ਦਾ ਮਸਲਾ ਹੋਵੇ ਜਾਂ ਚਾਹੇ ਉਹ ਆਪਾਂ ਕਹਿ ਲਈਏ ਅਯੋਧਿਆ ਦਾ ਮਸਲਾ ਹੋਵੇ, ਚਾਹੇ ਹੁਣ ਕਿਸਾਨੀ ਸੰਘਰਸ਼ ਹੋਵੇ, ਉਹ ਤਾਂ ਸਾਨੂੰ ਪਤਾ ਨਾ। ਉਦੋਂ ਪਹਿਲਾਂ ਇੱਥੇ ਹਰਿਆਣੇ ਵਾਲਿਆਂ ਨੇ ਜਾਟ ਐਜੀਟੇਸ਼ਨ ਕੀਤੀ ਸੀ, ਉਦੋਂ ਵੀ ਪਤਾ, ਹਜੇ ਤੱਕ ਉਸ ਪਟੀਸ਼ਨ ਦੀ ਸੁਣਵਾਈ ਨਹੀਂ ਕੀਤੀ ਗਈ। ਉਹਦੇ ਤੇ ਕਮਿਸ਼ਨ ਬਾਤਾ, ਉਹ ਕਮਿਸ਼ਨ ਨੇ ਅੱਜ ਤੱਕ ਕੋਈ ਰਿਪੋਰਟ ਨਹੀਂ ਦਿੱਤੀ। ਸੋ ਸਿਸਟਮ ਆ ਜਿਹੜਾ, ਇਹਨੂੰ ਚਲਾ ਕੌਣ ਰਿਹਾ ਤੇ ਕਿਵੇਂ ਆਪਦੇ ਲਈ ਵਰਤ ਰਿਹਾ, ਹਨਾ? ਇਹ ਜੇ ਤੁਸੀਂ ਪੁਆਇੰਟ ਮਿਸ ਕਰਦੇ ਹੋ ਤੇ ਉਸ ਨਿਆਂ ਪ੍ਰਣਾਲੀ ਤੋਂ ਆਸ ਕਰਦੇ ਹੋ ਵੀ ਜੇ ਤੁਸੀਂ ਕੁਝ ਗਲਤ ਨਹੀਂ ਕੀਤਾ। ਗਲਤ ਕੀ ਕਰ ਲਿਆ ਸੀ? ਗਲਤ ਤਾਂ ਅਗਲਿਆਂ ਨੇ ਬਣਾ ਦੇਣਾ। ਔਰ ਅਸੀਂ ਨਰਵਸ ਨਹੀਂ ਹੋਏ, ਅਸੀਂ ਇਸ ਪੁਆਇੰਟ ਨੂੰ ਪ੍ਰੂਵ ਕਰਨ ਦੀ ਖਾਤਰ ਵੀ ਜਿਹੜੀ ਲੜਾਈ ਤੁਸੀਂ ਲੜ ਰਹੇ ਹੋ ਨਾ, ਇਹ ਪੁਰਾਣੀਆਂ ਲੜਾਈਆਂ ਦੀ ਕੰਟੀਨਿਊਸ਼ਨ ਆ, ਇਹ ਕੋਈ ਨਵੀਂ ਲੜਾਈ ਨਹੀਂ। ਅੱਜ ਕਿਸਾਨ ਆਪਦੇ ਹੱਕ ਮੰਗੀ ਜਾਂਦੇ ਆ, ਇਦੋਂ ਪਹਿਲਾਂ ਕੋਈ ਹੋਰ ਧਿਰ ਹੱਕ ਮੰਗਦੀ ਸੀ ਜਾਂ ਸਾਂਝੇ ਹੱਕ ਮੰਗਦੇ ਸੀ, ਉਦੋਂ ਵੀ ਸਾਡੇ ਨਾਲ ਇਹੀ ਹੁੰਦਾ ਸੀ। ਅੱਜ ਫੇਰ ਹੱਕਾਂ ਦੀ ਲੜਾਈ ਲੜ ਰਹੇ ਆ ਤਾਂ ਸਾਡੇ ਨਾਲ ਇਹੀ ਸਭ ਕੁਝ ਹੋ ਰਿਹਾ। ਸੋ ਕੁਝ ਨਹੀਂ ਬਦਲਿਆ, ਉਸੇ ਲੜਾਈ ਦੀ ਕੰਟੀਨਿਊਸ਼ਨ ਆ। ਹੁਣ ਜਦੋਂ ਮੈਂ ਬਾਰ-ਬਾਰ ਇਹ ਗੱਲ ਕਹਿੰਦਾ ਹੁੰਦਾ ਸੀ ਵੀ ਗੱਲ ਸਿਰਫ ਕਿਸਾਨੀ ਸੰਘਰਸ਼ ਤੱਕ ਸੀਮਤ ਨਾ ਰੱਖੋ, ਇਹਦਾ ਦਾਇਰਾ ਜਿਹੜਾ ਹੁਣ ਬਹੁਤ ਵੱਡਾ ਹੋ ਗਿਆ। ਸ਼ੁਰੂ ਜ਼ਰੂਰ ਕਿਸਾਨੀ ਸੰਘਰਸ਼ ਤੋਂ ਹੋਇਆ ਸੀ, ਕਿਸਾਨਾਂ ਨੇ ਇੱਕ ਇਸ਼ੂ ਨੂੰ ਆਈਡੈਂਟੀਫਾਈ ਕੀਤਾ ਸੀ, ਪਰ ਇਹ ਸਾਡੇ ਹੋਂਦ ਦੀ ਲੜਾਈ ਸੀ ਤੇ ਹੋਂਦ ਦੀ ਲੜਾਈ ਅੱਜ ਸਾਡੇ ਸਾਹਮਣੇ ਆ ਗਈ ਆ ਪ੍ਰਤੱਖ ਰੂਪ 'ਚ। ਸਾਨੂੰ ਇਹ ਕਹਿ ਰਹੇ ਆ ਤੁਸੀਂ ਨਹੀਂ ਸੋਚ ਸਕਦੇ ਜਿਵੇਂ ਤੁਸੀਂ ਸੋਚ ਰਹੇ ਹੋ, ਤੁਹਾਡੇ ਫੰਡਾਮੈਂਟਲ ਰਾਈਟਸ ਵੀ ਖੋਲਾਂਗੇ। ਫਰੀडम ਆਫ ਸਪੀਚ ਤਾਂ ਸਾਨੂੰ ਇੰਡੀਅਨ ਕਨਸਟੀਟਿਊਸ਼ਨ ਦਿੰਦੀ ਆ ਨਾ। ਜੇ ਫਰੀडम ਆਫ ਸਪੀਚ ਇੰਡੀਅਨ ਕਨਸਟੀਟਿਊਸ਼ਨ ਦਿੰਦੀ ਆ ਤਾਂ ਸਾਡਾ ਫੰਡਾਮੈਂਟਲ ਰਾਈਟ ਆ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਉਹਨੂੰ ਵਾਇਓਲੇਟ ਕਰ ਰਹੀ ਆ। ਅਦਰਵਾਈਜ਼ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਆਧਾਰ ਦੱਸੇ, ਇਹ ਜਿਹੜੀ ਉਹਨਾਂ ਨੇ ਸਮਨਿੰਗ ਕੀਤੀ ਆ ਇਹਨਾਂ ਸਾਰੇ ਬੰਦਿਆਂ ਨੂੰ, ਇਹਦਾ ਕੋਈ ਆਧਾਰ ਦੱਸੇ, ਕੋਈ ਆਧਾਰ ਹੀ ਨਹੀਂ ਆ। ਪਰ ਸਰਕਾਰ ਦੇ ਪੱਖ 'ਚ ਖੜ ਜਾਂਦੇ ਆ, ਜਾ ਕੇ ਸਿਸਟਮ ਨੂੰ ਆਪਦੇ ਢੰਗ ਨਾਲ ਵਰਤਦੇ ਆ। ਸੋ ਇਹ ਇੰਡੀਅਨ ਡੈਮੋਕ੍ਰੇਸੀ ਦਾ ਇੱਕ ਜਿਹੜਾ ਰੂਪ ਆ। ਅਗਲੀ ਗੱਲ ਮੈਂ ਇਹ ਕਹਿਣਾ ਚਾਹਣਾ ਵੀ ਸਮਾਂ ਇਹ ਆ ਗਿਆ ਵੀ ਅਸੀਂ ਵਾਕਈ ਇਕੱਠੇ ਹੋ ਕੇ ਲੜੀਏ। ਕਿਉਂ? ਇਹ ਤੋਂ ਬਿਨਾ ਕੋਈ ਹੱਲ ਨਹੀਂ ਜਦੋਂ ਤੱਕ ਇਕੱਠੇ ਹੋ ਕੇ ਆਪਸ 'ਚ ਸਲਾਹ ਕਰਕੇ ਨਹੀਂ ਲੜਾਂਗੇ ਨਾ। ਹੁਣ ਦੇਖੋ ਤੁਸੀਂ, ਜਦੋਂ ਹੀ ਆਪਾਂ ਕਿਸਾਨ ਜਥੇਬੰਦੀਆਂ ਨੂੰ ਜਾਂ ਜਦੋਂ ਸਾਡੇ ਜਿਹੜੇ ਆਗੂ ਆ ਉਹਨਾਂ ਤੱਕ ਕੋਈ ਸਲਾਹ ਪਹੁੰਚਾਉਣੇ ਆ ਜਾਂ ਕਿਸੇ ਢੰਗ ਨਾਲ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ, ਉਦੋਂ ਸਾਡੀ ਸੰਗਤ ਹੀ ਨਹੀਂ ਬੋਲਣ ਦਿੰਦੀ। ਉਹ ਕਹਿੰਦੀ ਵੇਖਿਓ ਯਾਰ ਆਹ ਗੱਲ ਨਾ ਕਰਿਓ, ਏਕਾ ਨਾ ਤੋੜਿਓ। ਮੈਂ ਇਹ ਕਹਿਣਾ ਬਾਈ ਜੀ, ਏਕਾ ਕਿਵੇਂ ਨਾ ਤੋੜਿਓ? ਤੁਹਾਨੂੰ ਗਰਾਊਂਡ ਰਿਐਲਿਟੀ ਪਤਾ ਕੀ ਹੋ ਰਿਹਾ? 17 ਕਿਸਾਨ ਜਥੇਬੰਦੀਆਂ ਦੇ ਆਗੂ ਇੱਕ ਪਾਸੇ ਮੀਟਿੰਗ ਕਰਦੇ ਆ, 13 ਇੱਕ ਪਾਸੇ ਮੀਟਿੰਗ ਕਰਦੇ ਆ। ਕਿਹੜਾ ਏਕਾ ਫਿਰ?
ਇਹ ਤਾਂ ਤੁਹਾਡੇ ਮੂਹਰੇ ਉੱਥੇ ਦਿੱਲੀ ਜਦੋਂ ਮੀਟਿੰਗ ਕਰਨ ਜਾਂਦੇ ਆ ਜਿਹਦੇ ਚੋਂ ਕੁਝ ਨਹੀਂ ਨਿਕਲਦਾ, ਉੱਥੇ ਜ਼ਰੂਰ ਇਕੱਠੇ ਜਾਂਦੇ ਆ, ਪਰ ਤੁਹਾਨੂੰ ਇਨ ਬਿਟਵੀਨ ਗਰਾਊਂਡ ਰਿਐਲਿਟੀ ਪਤਾ। ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ, ਇਕੱਠੇ ਹੋ ਜਾਓ। ਹੁਣ ਅਸੀਂ ਜਿਹੜੇ ਸਿਸਟਮ ਨਾਲ ਲੜ ਰਹੇ ਆ ਉਹ ਕੋਈ ਖਾਲਾ ਜੀ ਦਾ ਵਾੜਾ ਨਹੀਂ ਆ, ਲੜਾਈ ਸੀਰੀਅਸ ਆ, ਅਗਲਾ ਪੜਾਅ ਬੜਾ ਸੀਰੀਅਸ ਆ। ਇਕੱਠੇ ਹੋ ਕੇ ਲੜੀਏ। ਜਿਹੜੇ ਆਈਡੀਆਜ਼ ਆ ਉਹਨਾਂ ਨੂੰ, ਆਈਡੀਆਜ਼ ਨੂੰ ਤੁਸੀਂ ਜਨਰੇਟ ਹੀ ਨਹੀਂ ਹੋਣ ਦੇ ਰਹੇ, ਨਾ ਸੰਗਤ ਜਨਰੇਟ ਹੋਣ ਦੇ ਰਹੀ ਆ। ਸਪੈਸ਼ਲੀ ਜਿਹੜੇ ਫੇਸਬੁੱਕ ਤੇ ਬੈਠੀ ਆ, ਬਾਹਰਲੀ ਸੰਗਤ ਨਾਲ ਤਾਂ ਆ ਕੇ ਜਿਹੜੇ ਇੱਥੇ ਸਾਡੇ ਗਰਾਊਂਡ ਤੇ ਬੈਠੇ ਆ ਜੋ ਮਰਜ਼ੀ ਡਿਸਕਸ ਕਰ ਲਓ, ਉਹਨਾਂ ਨੂੰ ਕੋਈ ਇਹਦੇ ਤੋਂ ਮੁਨਕਰ ਨਹੀਂ ਹੁੰਦਾ। ਉਹ ਸੁਣਦੇ ਵੀ ਆ ਗੱਲ, ਤੁਹਾਡੇ ਨਾਲ ਸਲਾਹ ਵੀ ਕਰਦੇ ਆ, ਆਪਦੀ ਸਲਾਹ ਵੀ ਦਿੰਦੇ ਆ, ਤੇ ਇਹ ਹੁੰਦਾ ਸਾਰਥਕ ਮਾਹੌਲ, ਇਹ ਹੁੰਦਾ ਸੁਹਿਰਦ ਮਾਹੌਲ। ਪਰ ਜਦੋਂ ਕੋਈ ਸਲਾਹ ਦਿੱਤੀ ਜਾਂਦੀ ਆ ਉਦੋਂ ਹੀ ਨਾ 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 ਕਿਤੇ ਤੋੜ ਨਾ ਦਿਓ, ਵੇਖਿਓ ਕਿਤੇ ਦੋ ਫਾੜ ਨਾ ਹੋ ਜਾਓ। ਨਹੀਂ ਜੀ, ਇਹ ਤਾਂ ਸਿਰਫ ਆਈਡੀਆ ਜਨਰੇਟ ਹੀ ਨਹੀਂ ਹੋਣ ਦੇ ਰਹੇ ਤੁਸੀਂ। ਜੇ ਆਈਡੀਆ ਜਨਰੇਟ ਨਹੀਂ ਹੋਊਗਾ ਫਿਰ ਸਲਾਹ ਕਿੱਥੋਂ ਪੈਦਾ ਹੋਊਗੀ? ਹੌਲੀ ਹੌਲੀ ਉਹ ਆਈਡੀਆ ਰਿਸੀਵ ਤਾਂ ਹੁੰਦਾ ਨਹੀਂ, ਉਹ ਜਨਰੇਟ ਵੀ ਨਹੀਂ ਹੋਣਾ ਤੇ ਉਹਨੇ ਬੰਦ ਹੋ ਜਾਣਾ। ਫਿਰ ਜੋ ਹੋਈ ਜਾਂਦਾ ਉਵੇਂ ਹੀ ਸਭ ਚੁੱਪ ਬੈਠੇ ਆ। ਸੋ ਅਗਲੀ ਗੱਲ, ਜਿਵੇਂ ਤੁਸੀਂ ਸੰਘਰਸ਼ ਨੂੰ ਡਿਫਾਈਨ ਕਰਦੇ ਹੋ ਨਾ, ਜਿਵੇਂ ਤੁਸੀਂ ਡਿਫਾਈਨ ਕਰਦੇ ਹੋ, ਔਰ ਸਪੈਸ਼ਲੀ ਇਹ ਸੰਗਤ ਨੂੰ ਕਹਿ ਰਿਹਾ ਮੈਂ, ਜਿਵੇਂ ਸੰਘਰਸ਼ ਡਿਫਾਈਨ ਕਰਦੇ ਹੋ, ਜਾਂ ਸਾਡੇ ਆਗੂਆਂ ਨੂੰ ਵੀ ਬੇਨਤੀ ਆ ਵੀ ਨਹੀਂ ਇਹਨੂੰ ਤੁਸੀਂ ਸ਼ਾਂਤਮਈ ਰੱਖਿਓ। ਨਹੀਂ, ਇਹ ਗਿਣਤੀਆਂ ਮਿੰਤੀਆਂ ਨਾਲ ਸੰਘਰਸ਼ ਨਹੀਂ ਲੜੇ ਜਾਂਦੇ ਹੁੰਦੇ। ਸ਼ਾਂਤਮਈ ਕੀ ਆ ਜਾਂ ਹਿੰਸਕ ਕੀ ਆ? ਅਸੀਂ ਕਦੇ ਹਿੰਸਕ ਹੋਏ ਆ? ਅੱਜ ਤੱਕ ਨਹੀਂ ਹੋਏ। ਪਰ ਜਦੋਂ ਪੰਜਾਬ ਤੋਂ ਤੁਰੇ ਸੀ, ਇੱਥੇ ਆਏ ਸੀ, ਉਦੋਂ ਬੈਰੀਕੇਡ ਭੰਨ ਕੇ ਹੀ ਆਏ ਆ ਨਾ, ਉਹਨਾਂ ਬੈਰੀਕੇਡਾਂ ਨੂੰ ਟੱਪ ਕੇ ਹੀ ਆਏ ਆ। ਉਦੋਂ ਤੁਸੀਂ ਸ਼ੰਭੂ ਤੇ ਖੜੇ ਇਹ ਕਹੀ ਜਾਂਦੇ ਸੀ ਇਹਨੂੰ ਨਹੀਂ ਨਹੀਂ ਇੱਥੇ ਹੀ ਬਹਿ ਜਾਓ, ਸ਼ਾਂਤਮਈ ਰੱਖੋ। ਨਹੀਂ, ਉਹ ਸੰਘਰਸ਼ ਦੇ ਜਿਹੜੇ ਵਹਿਣ ਹੁੰਦੇ ਆ ਨਾ, ਉਹਨੇ ਕਿੱਧਰ ਨੂੰ ਵਹਿਣਾ ਇਹ ਕੋਈ ਨਹੀਂ ਡਿਸਾਈਡ ਕਰਦਾ ਹੁੰਦਾ, ਇਹ ਤਾਂ ਪ੍ਰਮਾਤਮਾ ਡਿਸਾਈਡ ਕਰਦਾ। ਇਹਨੂੰ ਕੌਣ ਗਿਣਤੀਆਂ ਮਿੰਤੀਆਂ ਨਾਲ ਜਾਂ ਆਪਦੀਆਂ ਬੁੱਧੀਆਂ ਨਾਲ ਡਿਸਾਈਡ ਕਰ ਸਕਦਾ? ਫਿਰ ਨਹੀਂ ਤਾਂ ਅਸੀਂ ਸ਼ੰਭੂ ਬੈਠੇ ਹੋਣਾ ਸੀ ਜਾਂ ਖਨੌਰੀ ਬੈਠੇ ਹੋਣਾ ਸੀ। ਸੋ ਸ਼ਾਂਤਮਈ ਜਾਂ ਸੰਘਰਸ਼ ਸ਼ਾਂਤਮਈ ਨਹੀਂ ਆ। ਇਹ ਜਿਹੜਾ ਇੱਕ ਡਿਵੀਜ਼ਨ ਕ੍ਰੀਏਟ ਹੋ ਜਾਂਦੀ ਆ ਜਾਂ ਬਾਈਨਰੀ ਬਣਾ ਦਿੰਨੇ ਹੋ ਤੇ ਘਾੜਤਾਂ ਘੜ ਲੈਨੇ ਹੋ ਵੀ ਹੁਣ ਐਂ ਰੱਖਾਂਗੇ, ਇਹਨੂੰ ਘਾੜਤਾਂ ਨਹੀਂ ਘੜੀਆਂ ਜਾ ਸਕਦੀਆਂ ਹੁੰਦੀਆਂ। ਜੇ ਹਜੇ ਤੱਕ ਤੁਹਾਨੂੰ ਉਹਨਾਂ ਬਾਈਨਰੀਜ਼ 'ਚ ਰੱਖ ਕੇ ਤੁਸੀਂ ਸੰਘਰਸ਼ ਨੂੰ ਦੇਖ ਰਹੇ ਹੋ ਤਾਂ ਤੁਹਾਨੂੰ ਹਜੇ ਤੱਕ ਸਾਡੇ ਵਾਲਿਆਂ ਨੂੰ ਵੀ ਮੂਲ ਖਾਂਸਾ ਸਮਝ ਨਹੀਂ ਆਇਆ। ਸਾਡੇ ਵਾਲੇ ਬੰਦਿਆਂ ਨੂੰ ਵੀ ਬੇਨਤੀ ਆ ਵੀ ਤੁਸੀਂ ਇਸ ਸੰਘਰਸ਼ ਦਾ ਦਾਇਰਾ ਜਿਹੜਾ ਉਹ ਖੋਲੋ, ਇਹਨੂੰ ਵਧਾਓ, ਅਦਰਵਾਈਜ਼ ਤੁਹਾਨੂੰ ਮਸਲਿਆਂ ਦੇ ਹੱਲ ਨਹੀਂ ਮਿਲਣੇ। ਜੇ ਸਿਰਫ ਹਜੇ ਵੀ ਕਹੋਗੇ ਨਹੀਂ ਨਹੀਂ ਕਿਸਾਨਾਂ ਦਾ ਸੰਘਰਸ਼ ਆ, ਕਿਸਾਨਾਂ ਦਾ ਸੰਘਰਸ਼ ਆ, ਨਹੀਂ ਬਾਈ ਜੀ, ਇਹ ਹਰ ਉਸ ਸ਼ਖਸ ਦਾ ਸੰਘਰਸ਼ ਬਣ ਗਿਆ ਜਿਹਨੂੰ ਆਪਦੇ ਹੱਕ ਚਾਹੀਦੇ ਆ। ਅਸੀਂ ਤਾਂ ਕਿਸਾਨ ਹੀ ਆ ਨਾ, ਹੋਰ ਕੌਣ ਆ ਆਪਾਂ? ਸੋ ਇੱਥੇ ਇੱਕ ਇੱਕ ਬੰਦਾ ਕਿਸਾਨ ਆ। ਪਰ ਕਿਸਾਨ, ਤੁਸੀਂ ਇਹ ਗੱਲ ਦੇਖੋ, ਹੁਣ ਸਾਡੀ ਹੋਂਦ ਦੀ ਲੜਾਈ ਲੜੀ ਜਾਂਦੇ ਆ ਅਸੀਂ, ਸਾਡੇ ਸੱਭਿਆਚਾਰ ਨੂੰ ਬਚਾਉਣ ਦੀ, ਸਾਡੇ ਖੇਤ ਨੂੰ ਬਚਾਉਣ ਦੀ, ਸਾਡੇ ਰਾਜਸੀ ਬਣਤਰ ਨੂੰ ਬਚਾਉਣ ਦੀ, ਸਾਡੇ ਸਮਾਜਿਕ ਬਣਤਰ ਨੂੰ ਬਚਾਉਣ ਦੀ, ਸਾਰੀਆਂ ਲੜਾਈਆਂ ਇਕੱਠੀਆਂ ਹੋ ਗਈਆਂ, ਸਾਡੀ ਹੋਂਦ ਤੇ ਗੱਲ ਆ ਗਈ ਆ। ਸੋ ਜਿਹੜੇ ਇੱਥੇ ਬੈਠੇ ਆ, ਇੰਨੇ ਦਿਨ ਹੋ ਗਏ, ਇੱਥੇ 50 ਦਿਨ ਤਾਂ ਆਪਾਂ ਨੂੰ ਇੱਥੇ ਹੋ ਗਏ ਬੈਠਿਆਂ ਨੂੰ। ਸੋ ਬੰਦਿਆਂ 'ਚ ਜਿਹੜਾ ਇਹ ਜਜ਼ਬਾ ਜਾਂ ਜਿਸ ਤਰ੍ਹਾਂ ਦਾ ਉਭਾਰ ਆ, ਇਹਨੂੰ ਸਮਝਣ ਦੀ ਤਾਂ ਕੋਸ਼ਿਸ਼ ਕਰੀਏ। ਜੇ ਅਸੀਂ ਵੀ ਉਸ ਦਾਇਰੇ ਨੂੰ ਖੋਲਾਂਗੇ ਨਹੀਂ, ਉਸ ਦਾਇਰੇ ਨੂੰ ਖੋਲ ਕੇ ਜਿਹੜੇ ਮਸਲਿਆਂ ਨੂੰ ਸਮਝਾਂਗੇ ਨਹੀਂ, ਫਿਰ ਹੱਲ ਕਿੱਥੋਂ ਲੱਭਾਂਗੇ? ਫਿਰ ਸਾਡੀਆਂ ਮੀਟਿੰਗਾਂ ਜਿੰਨੀਆਂ ਮਰਜ਼ੀ ਕਰ ਲਈਏ, ਫਿਰ ਜਾਂ ਜਿੰਨੀਆਂ ਮਰਜ਼ੀ ਰਣਨੀਤੀਆਂ ਘੜ ਲਈਏ, ਸਾਨੂੰ ਉਹਦੇ ਹੱਲ ਨਹੀਂ ਮਿਲਣੇ। ਸਾਨੂੰ ਦਾਇਰਾ ਖੋਲਣਾ ਪਊਗਾ। ਸੋ ਦਾਇਰੇ ਨੂੰ ਖੋਲਣ ਦਾ ਸਭ ਤੋਂ ਪਹਿਲਾ ਤਰੀਕਾ ਇਹ ਆ, ਇਕੱਠੇ ਹੋ ਜਾਓ। ਮੈਂ ਬਾਰ-ਬਾਰ ਕਹਿ ਰਿਹਾ, ਇਕੱਠੇ ਹੋ ਜਾਓ। ਆਪਸੀ ਰੰਜਿਸ਼ਾਂ, ਆਪਸੀ ਭੇਦਭਾਵ ਮਿਟਾਓ। ਹੁਣ ਤਾਂ ਇਹ ਗੱਲ ਹੋਵੇ ਵੀ ਕੋਈ ਗੱਲ ਨਹੀਂ ਯਾਰ ਬਾਪਾ, ਬਾਅਦ ਚ ਨਜਿੱਠਾਂਗੇ ਜੋ ਗੱਲਾਂ। ਇੱਥੇ ਅਸੀਂ ਇਕੱਠੇ ਆ। ਸਾਡਾ ਹੁਣ ਪੈ ਗਿਆ ਜਿਹੜਾ ਪੇਚਾ, ਉਹ ਜਿਵੇਂ ਆਪਣੇ ਕਿਸੇ ਨੇ ਗਾਣਾ ਗਾਇਆ ਨਾ, ਗਾਇਕ ਨੇ, ਕਿਹੜਾ ਸੀ ਉਹ, ਪੇਚਾ ਪੈ ਗਿਆ ਸੈਂਟਰ ਨਾਲ। ਪੇਚਾ ਪੈ ਗਿਆ ਸੈਂਟਰ ਨਾਲ। ਤੇ ਉਹ ਖਾਲਾ ਜੀ ਦਾ ਵਾੜਾ ਨਹੀਂ ਆ ਜੇ ਆਪਾਂ ਸੈਂਟਰ ਨਾਲ ਪੇਚਾ ਪਾਈ ਬੈਠੇ ਆ। ਇਕੱਠੇ ਹੋ ਕੇ ਹੀ ਇਹ ਲੜਾਈ ਲੜੀ ਜਾਣੀ ਆ। ਸਾਡੇ ਏਕੇ ਤੋਂ ਡਰਨਗੇ। ਆਈਡੀਆਜ਼ ਨੂੰ ਜਨਰੇਟ ਕਰੀਏ, ਆਈਡੀਆਜ਼ ਨੂੰ ਡਿਸਕਸ ਕਰੀਏ, ਇੱਕ ਦੂਜੇ ਦੀ ਸਲਾਹ ਲਈਏ। ਇੱਥੇ ਕੋਈ ਈਗੋ ਇਸ਼ੂਜ਼ ਥੋੜੀ ਆ। ਜਿਹਨੇ ਕ੍ਰੈਡਿਟ ਲੈਣੇ ਆ, ਪ੍ਰਮਾਤਮਾ ਆਪੇ ਕ੍ਰੈਡਿਟ ਦੇ ਜੂ। ਇੱਥੇ ਕ੍ਰੈਡਿਟ ਲੈਣ ਆਏ ਆ ਆਪਾਂ ਨਾ, ਆਪਾਂ ਇੱਥੇ ਬੋਲਣ ਆਏ ਆ ਨਾ, ਸਟੇਜਾਂ ਤੋਂ ਭਾਸ਼ਣ ਦੇਣ ਆਏ ਆ। ਇਹ ਕੰਮ ਤਾਂ ਬਥੇਰੇ ਸਾਡੇ ਲੀਡਰਾਂ ਨੇ ਕੀਤੇ ਆ। ਅੱਜ ਤੱਕ ਦਿੱਤਾ ਕੀ ਆ ਉਹਨਾਂ ਨੇ? ਫਿਰ ਅੱਜ ਤੱਕ ਉਹਨਾਂ ਨੇ ਭਾਸ਼ਣ ਹੀ ਦਿੱਤੇ ਆ ਨਾ, ਬੰਦੇ ਇਕੱਠੇ ਕਰਕੇ, ਤੇ ਉਹੀ ਆਪਾਂ ਵਰਤਾਰਾ ਇੱਥੋਂ ਸ਼ੁਰੂ ਕਰੀ ਬੈਠੇ ਆ। ਸੋ ਇਸ ਕਰਕੇ ਹੁਣ ਕੰਮ ਸਾਨੂੰ, ਜਿਹੜੀ ਸਾਡੀ ਕਨਸੈਂਟਰੇਸ਼ਨ ਆ, ਉਹ ਸਟੇਜ ਤੋਂ ਤੇ ਭਾਸ਼ਣਾਂ ਤੋਂ ਪਾਸੇ ਕਰਨੀ ਪਊਗੀ। ਇਕੱਠੇ ਹੋ ਜਾਈਏ, ਸਲਾਹਾਂ ਕਰੀਏ, ਰਣਨੀਤੀ ਘੜੀਏ। 26 ਤਰੀਕ ਅਹਿਮ ਆ, ਸਾਰਾ ਸੰਘਰਸ਼ ਹੀ ਅਹਿਮ ਆ, ਤੇ ਇਹਦਾ ਦਾਇਰੇ ਨੂੰ ਥੋੜਾ ਜਿਹਾ ਖੋਲ ਕੇ ਉਸ ਦਾਇਰੇ 'ਚ ਸੰਘਰਸ਼ ਨੂੰ ਵੇਖੀਏ। ਇੰਨੀਆਂ ਕੁ ਬੇਨਤੀਆਂ ਮੈਂ ਕਰਨੀਆਂ ਸੀ। ਬਹੁਤ ਸਾਰਾ
ਸਤਿਕਾਰ, ਬਹੁਤ ਸਾਰਾ ਪਿਆਰ। ਜਿਉਂਦੇ ਵਸਦੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।